लोग जाने ही गीत है, लोग जाने ही गीत है। ये तो ब्रह्म विचार, ये तो ब्रह्म विचार। लोग जाने ही गीत है, लोग जाने ही गीत है, लोग जाने ही गीत है। जी का खालसा वाहिगुरु जी की फतेह। अंग है 412। ਹੁਣ तक 2 ਅਸ਼ਟਪਦੀਆਂ ਆਸਾ ਰਾਗ ਵਿੱਚ ਗੁਰੂ ਨਾਨਕ ਸਾਹਿਬ ਦੀਆਂ ਸੰਪੂਰਨ ਹੋਈਆਂ। ਆਸਾ ਮਹੱਲਾ ਪਹਿਲਾ। ਲੇਖ ਅਸੰਖ ਲਿਖ ਲਿਖ ਮਾਨ, ਮਨ ਮਾਨਿਐ ਸੱਚ ਸੁਰਤ ਵਖਾਨ। आसा महला पहला। लेख असंख लिख लिख मान, मन मान्य सच सुरत वखान। कथनी बदनी पढ़ पढ़ पार, कथनी बदनी पढ़ पढ़ पार। लेख असंख अलेख अपार, लेख असंख लेख अपार। ऐसा साचा तू एको जान, ऐसा साचा तू एको जान। जम्मण मरना हुक्म पछाण, जम्मण मरना हुक्म पछाण। रहाओ आसा महला पहला। लेख असंख लिख लिख मान, मन मान्य सच सुरत वखान। महाराज कहते परमात्मा दे नाम के प्रति असंख्या ही लेख लिखे गए, असंख्या किताबां लिखियां गई, असंख्या ही ग्रंथ लिखे गए जिन्हां दी कोई गिणती नहीं। पर लिखण वालियां ने ਉਹਦਾ ਹੰਕਾਰ ਕਰ ਲਿਆ, ਮਾਨ ਕਰ ਲਿਆ ਕਿ ਅਸੀਂ ਇੰਨਾ ਕੁਝ ਲਿਖਿਆ, ਅਸੀਂ ਇੰਨੀਆਂ ਕਿਤਾਬਾਂ ਲਿਖੀਆਂ, ਅਸੀਂ ਇੰਨੇ ਗ੍ਰੰਥ ਲਿਖੇ। ਮਨ ਮਾਨੇ ਸੱਚ ਸੁਰਤ ਵਖਾਨ। ਮਨ ਮੰਨ ਜਾਏ ਜੋ ਲਿਖਿਆ, ਜੋ ਪੜ੍ਹਿਆ, ਜੋ ਵਿਚਾਰਿਆ। ਜੇਕਰ ਮਨ ਨਹੀਂ ਮੰਨਿਆ, ਕਹਿੰਦੇ ਮਨ ਮੰਨ ਗਿਆ, ਉਸ ਮਾਲਕ ਨਾਲ ਜੁੜ ਗਿਆ, ਤਾਂ ਹੀ ਉਹਦਾ ਵਿਖਿਆਨ ਕੀਤਾ ਜਾ ਸਕਦਾ। ਲਿਖਣ ਉੱਤੇ ਭਾਵੇਂ ਜਿੰਨਾ ਮਰਜ਼ੀ ਲਿਖੀ ਗਏ, ਉਹਦਾ ਵਿਖਿਆਨ ਮਨ ਮੰਨਣ ਕਰਕੇ ਹੋ ਸਕਦਾ ਹੈ। ਮੰਨਿਆਂ ਦੀਆਂ 4 ਪੌੜੀਆਂ ਜਪ ਬਾਣੀ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਅੰਕਿਤ ਕੀਤੀਆਂ ਕਿ ਮੰਨਣ ਨਾਲ ਇਹ ਚੀਜ਼ਾਂ ਵਾਪਰਦੀਆਂ ਨੇ। ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੂੰਹ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ। ਮੰਨਣ ਦੀ ਗੱਲ ਸੀ। ਕਥਨੀ ਬਦਨੀ ਪੜ ਪੜ ਭਾਰ, ਲੇਖ ਅਸੰਖ ਅਲੇਖ ਅਪਾਰ। ਸਿਰਫ ਮੂੰਹ ਜ਼ਬਾਨੀ ਗੱਲਾਂ ਬਾਤਾਂ ਕਰਨ ਨਾਲ, ਪੜ ਪੜ ਕੇ ਸਗੋਂ ਅਸੀਂ ਭਾਰ ਵਧਾ ਲਿਆ ਕਿ ਅਸੀਂ ਬੜਾ ਕੁਝ ਜਾਣ ਗਏ ਹਾਂ, ਬੜਾ ਕੁਝ ਸਮਝ ਗਏ ਹਾਂ। ਲੇਖ ਅਸੰਖ, ਉਸ ਪਰਮਾਤਮਾ ਦੇ ਗੁਣਾਂ ਪ੍ਰਤੀ ਅਸੰਖਾਂ ਹੀ ਲੇਖ ਲਿਖੇ ਗਏ, ਪਰ ਉਹ ਆਪ ਅਲੇਖ ਹੈ, ਆਪ ਉਹ ਲੇਖੇ ਤੋਂ ਬਾਹਰ ਹੈ, ਉਹ ਅਪਾਰ ਹੈ। ਉਹਦਾ ਕੋਈ ਵੀ ਪਾਰਾਵਾਰ ਨਹੀਂ ਉਸ ਵਾਹਿਗੁਰੂ ਅਕਾਲ ਪੁਰਖ ਦਾ। ਐਸਾ ਸਾਚਾ ਤੂੰ ਏਕੋ ਜਾਣ, ਜੰਮਣ ਮਰਨਾ ਹੁਕਮ ਪਛਾਣ। ਰਹਾਉ, ਰਹਾਉ ਦੀ ਇਸ ਤੁਕ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਇਸ ਗੱਲ ਵੱਲ ਸਾਡਾ ਧਿਆਨ ਦਵਾਇਆ ਕਿ ਐਸਾ ਸਾਚਾ, ਇਹੋ ਜਿਹਾ ਉਹ ਸੱਚਾ ਜਿਹੜਾ ਕਿ ਲੇਖੇ ਤੋਂ ਬਾਹਰ ਹੈ, ਜਿਹੜਾ ਕਿ ਅਪਾਰ ਹੈ, ਗੱਲਾਂ ਬਾਤਾਂ ਨਾਲ ਸਮਝ ਨਹੀਂ ਆਏਗਾ ਜਦ ਤੱਕ ਮਨ ਨਹੀਂ ਮੰਨਦਾ, ਮਨ ਕਰਕੇ ਇਨ ਪ੍ਰੈਕਟੀਕਲੀ ਆਪਣੇ ਜੀਵਨ ਵਿੱਚ ਉਹਨੂੰ ਧਾਰਨ ਨਹੀਂ ਕਰਦਾ। ਪਰ ਕਹਿੰਦੇ ਐਸਾ ਸਾਚਾ ਤੂੰ ਏਕੋ ਜਾਣੋ, ਉਹਨੂੰ ਇੱਕ ਕਰਕੇ ਜਾਣੋ ਉਸ ਅਕਾਲ ਪੁਰਖ ਨੂੰ। ਜੰਮਣ ਮਰਨਾ ਹੁਕਮ ਪਛਾਣ। ਇਹ ਜੰਮਣਾ ਤੇ ਮਰਨਾ, ਇਹ ਆਉਣਾ ਤੇ ਜਾਣਾ ਹੈ, ਇਹ ਉਹਦਾ ਹੁਕਮ ਹੈ। ਇਹਨੂੰ ਪਛਾਣ, ਇਹਦੀ ਸੋਝੀ ਕਰ, ਇਹਦੇ ਵੱਲ ਧਿਆਨ ਦਿਵਾਉਂਦੇ ਨੇ ਮਾਲਕ। ਇਹ ਸੰਸਾਰ ਤੇ ਜਿਹੜਾ ਜੰਮਣਾ ਮਰਨਾ ਹੈ ਉਹ ਮਾਲਕ ਦੇ ਹੁਕਮ ਵਿੱਚ ਹੈ।
ਰਹਾਓ। ਇੱਥੇ ਮਹਾਰਾਜ ਕਹਿੰਦੇ ਭਾਈ ਇੱਥੇ ਰੁਕਣਾ ਕਰ, ਇਹਨੂੰ ਸਮਝਣ ਦੀ ਕੋਸ਼ਿਸ਼ ਕਰ ਕਿ ਜੰਮਣ ਮਰਨਾ ਇਹ ਆਉਣਾ ਜਾਣਾ, ਆਵਣ ਜਾਣ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ, ਇਹ ਇੱਕ ਖੇਡ ਹੈ। ਇਸ ਖੇਡ ਨੂੰ ਸਮਝਣਾ ਹੀ ਸਹੀ ਮਾਇਨੇ ਵਿੱਚ ਉਸ ਮਾਲਕ ਨੂੰ ਜਾਣਨਾ ਹੈ। ਹਾਂਜੀ। ਮਾਇਆ ਮੋਹ ਜਗ ਬਾਧਾ ਜਮਕਾਲ, ਮਾਇਆ ਮੋਹ ਜਗ ਬਾਧਾ ਜਮਕਾਲ, ਬਾਂਦਾ ਛੂਟੈ ਨਾਮ ਸਮਾਲ, ਗੁਰ ਸੁਖ ਦਾਤਾ ਅਵਰ ਨ ਪਾਲ, ਹਲਤ ਪਲਤ ਨਿਭਹੀ ਤੁਧ ਨਾਲ। ਹੁਣ ਪਹਿਲੇ ਬੰਦ ਵਿੱਚ ਮਹਾਰਾਜ ਆਰੰਭ ਕਰਦੇ ਨੇ ਕਿ ਮਾਇਆ ਮੋਹ ਜਗ ਬਾਧਾ ਜਮਕਾਲ। ਮਾਇਆ ਦੇ ਮੋਹ ਵਿੱਚ ਇਹ ਸੰਸਾਰ ਬੱਧਾ ਹੋਇਆ ਹੈ ਤੇ ਮੌਤ ਦਾ ਡਰ ਬਣਿਆ ਰਹਿੰਦਾ ਹੈ। ਬਾਂਦਾ ਛੂਟੈ ਨਾਮ ਸੰਭਾਲ, ਇਸ ਮੋਹ ਮਾਇਆ ਤੋਂ ਇਹ ਮਨ ਇਹ ਜੀਵ ਤਾਂ ਹੀ ਛੁੱਟ ਸਕਦਾ ਹੈ। ਤੇ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਾਈ ਨਾਮ ਨੂੰ ਚੇਤੇ ਕਰ, ਉਹ ਨਾਮ ਦੀ ਸੰਭਾਲ ਕਰ। ਗੁਰ ਸੁਖ ਦਾਤਾ ਅਵਰ ਨਾ ਭਾਲ, ਜੇ ਸੁਖ ਚਾਹੁੰਦਾ ਤਾਂ ਗੁਰੂ ਦਾ ਬਖਸ਼ਿਆ ਹੋਇਆ ਗਿਆਨ ਹੈ, ਹੋਰ ਕਿਤੇ ਨਾ ਭਾਲ ਸੁਖ। ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ। ਇਸ ਕਰਕੇ ਮੈਂ ਕਹਿੰਦਾ ਹੋਰ ਪਾਸੇ ਕਿਉਂ ਭਾਲ ਕਰਦਾ ਹੈ। ਗੁਰ ਸੁਖ ਦਾਤਾ ਅਵਰ ਨਾ ਭਾਲ, ਹਾਲਤ ਪਲਤ ਨਿਭੀ ਤੁਧ ਨਾਲ। ਉਸ ਪ੍ਰਮਾਤਮਾ ਦਾ ਨਾਮ ਇੱਥੇ ਵੀ ਤੇ ਅੱਗੇ ਵੀ, ਲੋਕ ਤੇ ਪ੍ਰਲੋਕ ਵਿੱਚ ਹਾਲਤ ਤੇ ਪਲਤ ਉਹ ਤੇਰੇ ਨਾਲ ਨਿਭੇਗਾ, ਅਖੀਰ ਤੱਕ ਤੇਰਾ ਸਾਥ ਦੇਗਾ। ਇਸ ਕਰਕੇ ਨਾਮ ਨਾਲ ਜੁੜਨਾ ਕਰ। ਹਾਂਜੀ। ਸ਼ਬਦ ਮਰੈ ਤਾਂ ਏਕ ਲਿਵ ਲਾਏ, ਅਚਰ ਚਰੈ ਤਾਂ ਭਰਮ ਚੁਕਾਏ, ਜੀਵਨ ਮੁਕਤ ਮਨ ਨਾਮ ਵਸਾਏ, ਗੁਰਮੁਖ ਹੋਏ ਤਾਂ ਸੱਚ ਸਮਾਏ। ਸ਼ਬਦ ਮਰੈ ਤਾਂ ਏਕ ਲਿਵ ਲਾਏ, ਅਚਰ ਚਰੈ ਤਾਂ ਭਰਮ ਚੁਕਾਏ। ਕਿਉਂਕਿ ਜਿਉਣਾ ਤੇ ਮਰਨਾ ਬਹੁ ਪ੍ਰਕਾਰ ਹੈ। ਮਰਤਾ ਮਰਤਾ ਜਗ ਮੁਆ, ਮਰ ਪੀ ਨ ਜਾਣੈ ਕੋਈ, ਐਸੀ ਮਰਨੀ ਜੋ ਮਰੈ ਬਹੁਰ ਨ ਮਰਨਾ ਹੋਏ। ਜਿਸ ਮਰਨੇ ਤੇ ਜਗ ਡਰੈ, ਮੇਰਾ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਤੇ ਦੂਜੇ ਪਾਸੇ ਬਾਬਾ ਫਰੀਦ ਜੀ ਉਹ ਮੌਤ ਦੀ ਵੀ ਗੱਲ ਕਰਦੇ ਨੇ ਕਿ ਪਿਛਲ ਰਾਤ ਨਾ ਜਾਗਿਓ ਜਵੰਦੜੋਂ ਮੋਇਓ। ਉਹ ਤੂੰ ਪਿਛਲ ਰਾਤ ਭਾਵ ਅੰਮ੍ਰਿਤ ਵੇਲੇ ਉੱਠ ਕੇ ਜੇ ਤੂੰ ਉਸ ਪ੍ਰਮਾਤਮਾ ਦਾ ਨਾਮ ਨਹੀਂ ਲਿਆ ਤੂੰ ਤੇ ਜਿਉਂਦਾ ਹੀ ਮਰ ਗਿਆ। ਉਹ ਮਰਨਾ ਹੋਰ ਹੈ। ਇੱਥੇ ਹੈ ਆਪਣੀ ਮੈਂ ਨੂੰ ਮਾਰਨਾ, ਆਪਣੀ ਹਉਮੈ ਨੂੰ ਖਤਮ ਕਰਨਾ। ਸ਼ਬਦ ਮਰੈ ਤਾਂ ਏਕ ਲਿਵ ਲਾਏ, ਗੁਰੂ ਦੇ ਸ਼ਬਦ ਦੁਆਰਾ ਆਪਣੇ ਮਨ ਨੂੰ ਮਾਰ ਲੈਣਾ, ਕਾਬੂ ਵਿੱਚ ਕਰ ਲੈਣਾ। ਇਸ ਤਰ੍ਹਾਂ ਉਸ ਨਾਲ ਇੱਕਮਿਕ ਹੋ ਕੇ ਲਿਵ ਲਾਉਣੀ, ਜੁੜਨਾ। ਆਚਰ ਚਰੈ ਤਾਂ ਭਰਮ ਚੁਕਾਏ, ਆਚਰ ਚਰੈ ਜਿਹੜੀ ਨਾ ਖਾਧੀ ਜਾਣ ਵਾਲੀ ਚੀਜ਼ ਹਉਮੈ, ਇਹਨੂੰ ਖਤਮ ਕਰਦਾ ਹੈ ਤੇ ਤਾਂ ਹੀ ਅੰਦਰੋਂ ਭਰਮ ਨਿਕਲਣਗੇ। ਜੀਵਨ ਮੁਕਤ ਮਨ ਨਾਮ ਵਸਾਏ, ਮਾਰੇ ਕਹਿੰਦੇ ਇਸ ਤਰ੍ਹਾਂ ਫਿਰ ਉਹ ਜਿਉਂਦੇ ਜੀ ਮੁਕਤ ਹੈ ਜਦੋਂ ਮਨ ਦੁਆਰਾ ਨਾਮ ਨੂੰ ਹਿਰਦੇ 'ਚ ਵਸਾ ਲਏਗਾ। ਗੁਰਮੁਖ ਹੋਏ ਤਾਂ ਸੱਚ ਸਮਾਏ, ਤੇ ਜਦੋਂ ਗੁਰਮੁਖ ਹੋ ਜਾਏਗਾ, ਗੁਰੂ ਵਾਲਾ ਬਣ ਜਾਏਗਾ, ਗੁਰੂ ਦੇ ਦੱਸੇ ਅਨੁਸਾਰ ਆਪਣਾ ਜੀਵਨ ਜਿਉਣ ਲੱਗ ਜਾਏਗਾ। ਤੇ ਮੈਂ ਕਹਿੰਦਾ ਇਸ ਤਰ੍ਹਾਂ ਸੱਚ ਦੁਆਰਾ ਸਚਿਆਰ ਬਣ ਕੇ ਫਿਰ ਤੇ ਉਹਦੇ ਵਿੱਚ ਹੀ ਸਮਾ ਜਾਏਗਾ, ਉਹਦੇ ਵਰਗਾ ਹੀ ਹੋ ਜਾਏਗਾ। ਇਹ ਜੀਵਨ ਦੀ ਜਾਂਚ ਹੈ। ਹਾਂਜੀ। ਜਿਨ ਤਰ ਸਾਜੀ ਗगन ਆਕਾਸ਼, ਜਿਨ ਸਭ ਥਾਪੀ ਥਾਪ ਉਥਾਪ, ਸਰਬ ਨਿਰੰਤਰ ਆਪੇ ਆਪ, ਕਿਸੈ ਨਾ ਪੂਛੇ ਬਖਸ਼ੇ ਆਪ। ਜਿਨ ਧਰ ਸਾਜੀ ਗगन ਆਕਾਸ਼, ਜਿਨ ਸਭ ਥਾਪੀ ਥਾਪ ਉਥਾਪ। ਮਹਾਰਾਜ ਕਹਿੰਦੇ ਮੈਂ ਉਸ ਦੀ ਗੱਲ ਕਰ ਰਿਹਾ, ਉਸ ਪ੍ਰਮਾਤਮਾ ਦੀ ਜਿਹਨੇ ਇਹ ਧਰਤੀ ਨੂੰ ਸਾਜਿਆ, ਗगन ਆਕਾਸ਼ ਸਾਜਿਆ, ਸ੍ਰਿਸ਼ਟੀ ਨੂੰ ਸਾਜਿਆ ਜਿਹਨੇ।
ਜਿਨ ਸਭ ਥਾਪੀ ਥਾਪ ਉਥਾਪ, ਜਿਹਨੇ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਕੇ ਉਥਾਪਦਾ ਹੈ, ਭਾਵ ਖਤਮ ਕਰਨ ਵਾਲਾ ਵੀ ਉਹ ਆਪ ਹੈ। ਸਰਬ ਨਿਰੰਤਰ ਆਪੇ ਆਪ, ਉਹ ਆਪਣੇ ਆਪ ਤੋਂ ਆਪ ਪੈਦਾ ਹੋਇਆ ਤੇ ਸਰਬ ਨਿਰੰਤਰ ਹੈ। ਕੋਈ ਜਗ੍ਹਾ ਇਹੋ ਜੀ ਨਹੀਂ ਜਿੱਥੇ ਉਹ ਨਹੀਂ। ਉਹਦੀ ਰਹਿ, ਉਹਦੀ ਲौ ਜਿਹੜੀ ਹੈ, ਉਹਦੀ ਜੋਤ ਜਿਹੜੀ ਹੈ, ਉਹ ਸਾਰਿਆਂ ਪਾਸੇ ਹੈ, ਹਰ ਜਗ੍ਹਾ ਹੈ। ਕੋਈ ਵੀ ਜਗ੍ਹਾ ਆਕਾਸ਼ ਪਤਾਲ ਜੋ ਵਿਚਾਲੇ ਸਪੇਸ ਹੈ ਉਹ ਤੇ ਉਹਦੇ ਵਿੱਚ ਵੀ ਹੈ। ਕਿਸੇ ਨਾ ਪੁੱਛੇ ਬਖਸ਼ੇ ਆਪ, ਉਹ ਕਿਸੇ ਕੋਲੋਂ ਸਲਾਹ ਨਹੀਂ ਲੈਂਦਾ। ਜਦੋਂ ਸਾਡੇ ਗੁਨਾਹਾਂ ਨੂੰ ਬਖਸ਼ਣਾ ਹੋਵੇ ਨਾ, ਕਿਸੇ ਕੋਲੋਂ ਪੁੱਛ ਕੇ ਥੋੜੀ ਕਿਸੇ ਦੀ ਸਲਾਹ ਲੈ ਕੇ ਜਾਂ ਕਿਸੇ ਦੀ ਸਿਫਾਰਿਸ਼ ਨਾਲ ਨਹੀਂ ਕਰਦਾ ਕੰਮ। ਤੇ ਮੈਂ ਕਹਿੰਦਾ ਜਿਹੜੇ ਉਹਦਾ ਨਾਮ ਜਪਦੇ ਨੇ ਉਹ ਆਪ ਕਿਰਪਾ ਕਰਕੇ ਬਖਸ਼ਿਸ਼ ਕਰਕੇ ਉਹਨਾਂ ਦੀ ਦਾਤ ਜਿਹੜਾ ਇਨਾਮ ਦੀ ਦਿੰਦਾ ਹੈ। ਕਿਸੇ ਨਾ ਪੁੱਛੇ, ਕਹਿੰਦੇ ਇਨਾਮ ਦੀ ਦਾਤ ਫਿਰ ਆਪ ਬਖਸ਼ਿਸ਼ ਕਰਦਾ ਹੈ ਉਹਨਾਂ ਨੂੰ। ਹਾਂਜੀ। ਤੂੰ ਪੁਰ ਸਾਗਰ ਮਾਣਕ ਹੀਰ, ਤੂੰ ਪੁਰ ਸਾਗਰ ਮਾਣਕ ਹੀਰ, ਤੂੰ ਨਿਰਮਲ ਸਚ ਗੁਣੀ ਗਹੀਰ, ਤੂੰ ਨਿਰਮਲ ਸਚ ਗੁਣੀ ਗਹੀਰ, ਸੁਖ ਮਾਨੈ ਭੇਟੈ ਗੁਰ ਪੀਰ, ਸੁਖ ਮਾਨੈ ਭੇਟੈ ਗੁਰ ਪੀਰ, ਏਕੋ ਸਾਹਿਬ ਏਕ ਵਜੀਰ, ਏਕੋ ਸਾਹਿਬ ਏਕ ਵਜੀਰ। ਗੁਰੂ ਨਾਨਕ ਪਾਤਸ਼ਾਹ ਪਰਮਾਤਮਾ ਨੂੰ ਸੰਬੋਧਨ ਹੋ ਕੇ ਕਿ ਹੇ ਸੱਚੇ ਪਾਤਸ਼ਾਹ ਜੀਓ, ਤੂੰ ਪੁਰ ਸਾਗਰ ਮਾਣਕ ਹੀਰ, ਤੂੰ ਨਿਰਮਲ ਸੱਚ ਗੁਣੀ ਗਹੀਰ। ਹੇ ਪ੍ਰਭੂ ਜੀ, ਤੁਸੀਂ ਪੁਰ ਸਾਗਰ ਹੋ, ਭਰੇ ਪੂਰੇ ਸਾਗਰ ਹੋ, ਹੀਰਿਆਂ ਦੇ ਮੋਤੀਆਂ ਦੇ। ਤੇ ਗੁਰੂ ਨਾਨਕ ਪਾਤਸ਼ਾਹ ਜਪਜੀ ਸਾਹਿਬ ਵਿੱਚ ਪੜ੍ਹਦੇ ਆ ਆਪਾਂ, ਮੱਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਇੱਕ ਸਿੱਖਿਆ ਵੀ ਗੁਰੂ ਦੀ ਕਦੇ ਬਖਸ਼ਿਸ਼ ਹੋ ਜਾਏ, ਕਦੇ ਮੱਤ ਮਹਿੰਗੀ ਹੋ ਜਾਂਦੀ ਹੈ। ਗੁਰ ਸਾਗਰ ਰਤਨੀ ਭਰਪੂਰੇ, ਉਥੇ ਰਤਨਾਂ ਨਾਲ ਭਰਿਆ ਹੋਇਆ ਹੈ। ਤੂੰ ਤੇ ਮਹਾਰਾਜ ਕਹਿੰਦੇ ਰਤਨਾਂ ਨਾਲ ਭਰਿਆ ਹੋਇਆ ਹੈ। ਤੂੰ ਨਿਰਮਲ ਸੱਚ ਗੁਣੀ ਗਹੀਰ, हे ਪ੍ਰਭੂ ਤੂੰ ਨਿਰਮਲ ਹੈ, ਪਵਿੱਤਰ ਹੈ, ਸੱਚ ਹੈ, ਆਦ ਸੱਚ ਜੁਗਾਦ ਸੱਚ ਹੈ, ਪੀ ਸੱਚ ਨਾਨਕ ਹੋਸੀ ਪੀ ਸੱਚ। ਤੂੰ ਤੇ ਪਹਿਲਾਂ ਵੀ ਸੀ, ਹੁਣ ਵੀ ਹੈ, ਅੱਗੋਂ ਵੀ ਹੈ। ਤੂੰ ਤੇ ਗੁਣਾਂ ਦਾ ਖਜ਼ਾਨਾ ਭਰਿਆ ਹੋਇਆ। ਸੁਖ ਮਾਨੈ ਭੇਟੈ ਗੁਰ ਪੀਰ, ਏਕੋ ਸਾਹਿਬ ਏਕ ਵਜੀਰ। ਤੇ ਮਾਰੇ ਕਹਿੰਦੇ ਭਾਈ ਤੂੰ ਤਾਂ ਹੀ ਸੁਖ ਮਾਣ ਸਕਦਾ ਹੈ ਜੇ ਗੁਰੂ ਪੀਰ ਨੂੰ ਆਪਣੇ ਆਪ ਨੂੰ ਭੇਟ ਕਰਦਾ ਹੈ। ਆਪਾਂ ਆਮ ਪੰਜਾਬੀ 'ਚ ਕਹਿੰਦੇ ਵੀ ਇਹਦਾ ਕੋਈ ਗੁਰੂ ਪੀਰ ਨਹੀਂ ਹੈ, ਭਾਵ ਇਹ ਕਿਸੇ ਨੂੰ ਨਹੀਂ ਮੰਨਦਾ, ਕਿਸੇ ਮਰਿਆਦਾ ਵਿੱਚ ਨਹੀਂ, ਕਿਸੇ ਡਿਸਪਲਿਨ ਵਿੱਚ ਨਹੀਂ। ਜਦ ਤੱਕ ਅਸੀਂ ਗੁਰੂ ਵਾਲੇ ਨਹੀਂ ਬਣਦੇ ਤਦ ਤੱਕ ਮਾਰੇ ਕਹਿੰਦੇ ਉਸ ਅਵਸਥਾ ਤੇ ਪਹੁੰਚਿਆ ਨਹੀਂ ਜਾ ਸਕਦਾ, ਉਹ ਸੁੱਖ ਨੂੰ ਮਾਣਿਆ ਨਹੀਂ ਜਾ ਸਕਦਾ। ਆਤਮਿਕ ਆਨੰਦ ਨੂੰ ਗੁਰੂ ਵਾਲਾ ਬਣ ਕੇ ਹੀ ਮਾਣਿਆ ਜਾ ਸਕਦਾ ਹੈ। ਏਕੋ ਸਾਹਿਬ ਏਕ ਵਜੀਰ, ਇਹ ਪ੍ਰਭੂ ਤੂੰ ਆਪ ਹੀ ਸਾਹਿਬ ਹੈ, ਸਲਾਹ ਦੇਣ ਵਾਲਾ ਵੀ ਫਿਰ ਤੂੰ ਆਪ ਹੀ ਹੈ। ਜੇ ਅਸੀਂ ਕਹੀਏ ਕਿ ਸਾਡੀ ਸਲਾਹ ਨਾਲ ਕੋਈ ਅੰਮ੍ਰਿਤ ਛਕ ਲਏਗਾ, ਸਾਡੇ ਕਹੇ ਨਾਲ ਕੋਈ ਇੰਝ ਕਰ ਲਏਗਾ, ਨਹੀਂ, ਉਹ ਆਪ ਹੀ ਕਿਰਪਾ ਕਰਦਾ ਹੈ, ਬਖਸ਼ਿਸ਼ ਕਰਦਾ ਹੈ। ਜਦੋਂ ਬਾਣੀ ਨਾਲ ਜੋੜਦਾ, ਸੰਗਤ ਵਿੱਚ ਲਿਆ ਕੇ ਗੁਰੂ ਵਾਲਾ ਬਣਾ ਕੇ, ਉਹ ਆਪ ਕਿਰਪਾ ਕਰਦਾ, ਇਨਾਮ ਦੀ ਦਾਤ ਫਿਰ ਝੋਲੀ ਪਾਉਂਦਾ ਹੈ। ਹਾਂਜੀ। ਜਗ ਬੰਦੀ ਮੁਕਤੇ ਹਉ ਮਾਰੀ, ਜਗ ਬੰਦੀ ਮੁਕਤੇ ਹਉ ਮਾਰੀ, ਜਗ ਗਿਆਨੀ ਵਿਰਲਾ ਆਚਾਰੀ, ਜਗ ਗਿਆਨੀ ਵਿਰਲਾ ਆਚਾਰੀ, ਜਗ ਪੰਡਤ ਵਿਰਲਾ ਵਿਚਾਰੀ, ਜਗ ਪੰਡਿਤ ਵਿਰਲਾ ਵਿਚਾਰੀ। ਬਿਨ ਸਤਿਗੁਰ ਭੇਟੇ ਸਭ ਫਿਰੈ ਅਹੰਕਾਰੀ, ਸਤਿਗੁਰ ਭੇਟੇ ਸਭ ਫਿਰੈ ਅਹੰਕਾਰੀ। ਹੁਣ ਗੁਰੂ ਨਾਨਕ ਪਾਤਸ਼ਾਹ ਸੰਸਾਰ ਦੀ ਗੱਲ ਕਰਦੇ ਨੇ ਕਿ ਜਗ ਬੰਦੀ ਮੁਕਤੇ ਹਉ ਮਾਰੀ, ਜਗ ਗਿਆਨੀ ਵਿਰਲਾ ਆਚਾਰੀ। ਇਹ ਸੰਸਾਰ ਦੇ ਵਿੱਚ ਕਹਿੰਦੇ ਗੁਲਾਮ ਨੇ ਲੋਕ, ਮੋਹ ਦੇ, ਮਾਇਆ ਦੇ, ਵਿਸ਼ਿਆਂ ਦੇ, ਵਿਕਾਰਾਂ ਦੇ, ਹਉਮੈ ਦੇ। ਸਾਰਾ ਸੰਸਾਰ ਬੰਦੀ ਹੈ, ਗੁਲਾਮ ਹੈ। ਤੇ ਮੁਕਤੇ ਕੌਣ ਨੇ? ਆਜ਼ਾਦ ਕੌਣ ਨੇ? ਜਿਨ੍ਹਾਂ ਨੇ ਆਪਣੀ ਹਉਮੈ ਨੂੰ ਮਾਰ ਲਿਆ, ਹੰਕਾਰ ਨੂੰ ਖਤਮ ਕਰ ਦਿੱਤਾ ਅੰਦਰੋਂ, ਉਹ ਮੁਕਤ ਹੋ ਗਏ ਮੋਹ ਤੇ ਮਾਇਆ ਤੋਂ। ਜਗ ਗਿਆਨੀ ਵਿਰਲਾ ਆਚਾਰੀ, ਜਿਹਨੂੰ ਮਰਜ਼ੀ ਛਿੜ ਕੇ ਦੇਖ ਲਓ, ਕਹਿੰਦਾ ਮੇਰੇ ਵਰਗਾ ਤਾਂ ਗਿਆਨਵਾਨ ਹੀ ਕੋਈ ਨਹੀਂ। ਪਰ ਵਿਰਲੇ ਵਿਰਲੇ ਨੇ ਜਿਹੜੇ ਆਚਾਰੀ ਨੇ। ਗੁਰੂ ਨਾਨਕ ਪਾਤਸ਼ਾਹ ਦੇ ਬੋਲ ਆਉਂਦੇ ਨੇ ਕਿ ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ। ਗੱਲਾਂ ਨਾਲ ਤੇ ਅਸੀਂ ਅਸਮਾਨ ਥੱਲੇ ਲਾ ਦਿੰਨੇ ਆ,
ਹੱਥਾਂ ਨਾਲ ਸਰੋਂ ਜਮਾ ਦਿੰਦੇ ਆ ਪੂਰੀ, ਪਰ ਆਚਾਰ ਨਹੀਂ ਹੈ। ਕਹਿੰਦੇ ਆਚਾਰੀ ਭਾਵ ਉਸ ਤੇ ਚੱਲਣ ਵਾਲੇ ਪ੍ਰੈਕਟੀਕਲ ਜੀਵਨ ਜਿਨ੍ਹਾਂ ਦਾ ਹੈ ਉਹ ਵਿਰਲੇ ਵਿਰਲੇ ਹੀ ਨੇ। ਜਗ ਪੰਡਤ ਵਿਰਲਾ ਵਿਚਾਰੀ, ਸਾਰਾ ਸੰਸਾਰ ਹੀ ਵਿਦਵਾਨ ਹੈ, ਘੱਟ ਕੋਈ ਨਹੀਂ, ਘੱਟ ਨਾ ਕਿਸੇ ਕਹਾਇਆ। ਮਾਰੇ ਕਹਿੰਦੇ ਸਭ ਕਹਤੇ ਹੈ ਪਾਇਆ, ਸਾਰੇ ਕਹਿੰਦੇ ਨੇ, ਜਿਹਨੂੰ ਮਰਜ਼ੀ ਫੇਜ ਲਓ, ਕਹਿੰਦਾ ਮੈਂ ਵਿਦਵਾਨ ਹਾਂ ਜੀ, ਮੈਨੂੰ ਪਤਾ ਹੈ, ਮੈਨੂੰ ਸਾਰਾ ਪਤਾ ਹੈ। ਕਿਤੇ ਬਾਣੀ ਦੀ ਗੱਲ ਕਰ ਲਈਏ, ਕਹੀਦੀ ਏ ਵੀ ਆਇਆ ਕਰੋ ਜੀ ਸੰਥਿਆ, ਤੁਸੀਂ ਵਿਚਾਰ ਕਰੋ ਬਹਿ ਕੇ, ਸਗੋਂ ਸਾਨੂੰ ਵੀ ਦੱਸ ਦਿਆ ਕਰੋ, ਸਾਨੂੰ ਤਾਂ ਜੀ ਆਉਂਦਾ ਹੈ। ਉਹ ਕਹਿੰਦੇ ਸਾਨੂੰ ਤਾਂ ਪਹਿਲਾਂ ਹੀ ਆਉਂਦਾ ਬਹੁਤ, ਪਰ ਜਿਹੜਾ ਆਉਂਦਾ ਹੈ ਉਹ ਫਿਰ ਗੁਰੂ ਕੋਲੇ ਨਹੀਂ ਆ ਸਕਦਾ। ਇਸ ਕਰਕੇ ਗੁਰੂ ਕੋਲੋਂ ਤੇ ਖਾਲੀ ਹੋ ਕੇ ਆਉਣਾ ਪੈਂਦਾ ਹੈ। ਤੇ ਵਿਰਲਾ ਵਿਚਾਰੀ, ਵਿਰਲੇ ਵਿਰਲੇ ਨੇ ਜਿਹੜੇ ਵਿਚਾਰਵਾਨ ਨੇ। ਕਹਿੰਦੇ ਪੰਡਤ ਤੇ ਬਹੁਤ ਨੇ, ਵਿਦਵਾਨ ਤੇ ਬੜੇ ਨੇ। ਬਿਨ ਸਤਿਗੁਰ ਭੇਟੇ ਸਭ ਫਿਰੈ ਹੰਕਾਰੀ, ਸਤਿਗੁਰੂ ਨੂੰ ਮਿਲਣ ਤੋਂ ਬਿਨਾ, ਸਤਿਗੁਰੂ ਨੂੰ ਆਪਣੇ ਆਪ ਨੂੰ ਭੇਟ ਕਰਨ ਤੋਂ ਬਿਨਾ ਇਹ ਸਾਰਾ ਸੰਸਾਰ ਹੰਕਾਰ ਵਿੱਚ ਤੁਰਿਆ ਫਿਰਦਾ ਹੈ, ਹਉਮੈ ਵਿੱਚ ਤੁਰਿਆ ਫਿਰਦਾ ਕਿ ਮੈਂ ਬਸ ਉਹ ਮੈਂ ਜਿਹੜੀ ਹੈ ਉਹ ਹੀ ਉਹਨਾਂ ਨੂੰ ਤੰਗ ਕਰਦੀ ਪਈ ਹੈ। ਹਾਂਜੀ। ਜਗ ਦੁਖੀਆ ਸੁਖੀਆ ਜਨ ਕੋਏ, ਜਗ ਦੁਖੀਆ ਜਨ ਕੋਏ, ਜਗ ਰੋਗੀ ਭੋਗੀ ਗੁਣ ਕੋ ਰੋਏ, ਜਗ ਰੋਗੀ ਭੋਗੀ ਗੁਣ ਰੋਏ, ਜਗ ਉਪਜੈ ਬਿਨ ਸੈ ਪਤ ਖੋਏ, ਜਗ ਉਪਜੈ ਬਿਨ ਸੈ ਪਤ ਕੋਏ, ਗੁਰਮੁਖ ਹੋਵੈ ਬੂਝੈ ਸੋਏ। ਗੁਰਮੁਖ ਹੋਵੇ ਬੂਝੈ ਸੋਏ। ਸੋ ਮਹਾਰਾਜ ਸੰਸਾਰ ਦੀ ਗੱਲ ਕਰਦੇ ਆ ਰਹੇ ਨੇ ਕਿ ਜਗ ਦੁਖੀਆ ਸੁਖੀਆ ਜਨ ਕੋਏ। ਇਹ ਸੰਸਾਰ ਸਾਰਾ ਦੁੱਖਾਂ ਨਾਲ ਭਰਿਆ ਪਿਆ ਹੈ, ਜਿਹਨੂੰ ਮਰਜ਼ੀ ਵੇਖ ਪੁੱਛ ਕੇ ਵੇਖ ਲਓ, ਪਰ ਕੋਈ ਸੁਖੀ ਨੇ, ਵਿਰਲੇ ਵਿਰਲੇ ਜਿਹੜੇ ਨਾਮ ਦੇ ਨਾਲ ਜੁੜੇ ਹੋਏ ਨੇ। ਜਗ ਰੋਗੀ ਭੋਗੀ ਗੁਣ ਰੋਏ, ਇਹ ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੈ ਸੱਚ ਬਿਨਾ, ਸਾਰਾ ਸੰਸਾਰ ਹੀ ਰੋਗੀ। ਕਹਿੰਦੇ ਹਉਮੈ ਦਾ, ਹਉਮੈ ਦੀਰਘ ਰੋਗ ਹੈ, दारू ਪੀ ਸਮਾਹਿ, ਕਿਰਪਾ ਕਰੇ ਜੀ ਆਪਣੀ ਤਾਂ ਗੁਰ ਕਾ ਸ਼ਬਦ ਕਮਾਹਿ। ਸੰਸਾਰ ਰੋਗੀ, ਇਹ ਕਰਕੇ ਭੋਗਾਂ ਵਿੱਚ ਆਪਣੇ ਗੁਣਾਂ ਨੂੰ ਗਵਾ ਬੈਠਾ, ਭੋਗਾਂ ਵਿੱਚ ਇੰਨਾ ਮਸਤ ਹੋ ਗਿਆ ਕਿ ਆਪਣੇ ਗੁਣ ਗਵਾ ਬੈਠਾ। ਜਗ ਰੋਗੀ ਭੋਗੀ ਗੁਣ ਰੋਏ, ਜਗ ਉਪਜੈ ਬਿਨ ਸੈ ਪਤ ਖੋਏ, ਗੁਰਮੁਖ ਹੋਵੈ ਬੂਝੈ ਸੋਏ। ਇਹ ਸੰਸਾਰ ਉਪਜਦਾ ਤੇ ਬਿਨਸਦਾ, ਇਸ ਕਰਕੇ ਆਪਣੀ ਇੱਜ਼ਤ ਮਾਣ ਗਵਾ ਬੈਠਦੇ ਨੇ ਲੋਕ। ਸੰਸਾਰ 'ਚ ਨਵੀਆਂ ਨਵੀਆਂ ਚੀਜ਼ਾਂ ਉਪਜਦੀਆਂ ਨੇ, ਉਹ ਖਤਮ ਹੋ ਜਾਂਦੀਆਂ, ਨਵੇਂ ਨਵੇਂ ਵਿਚਾਰ ਉਪਜਦੇ ਨੇ, ਥੋੜੇ ਚਿਰ ਬਾਅਦ ਖਤਮ ਹੋ ਜਾਂਦੇ ਨੇ। ਇਹ ਇਕੱਲਾ ਸਰੀਰ ਦਾ ਉਪਜਣਾ ਨਹੀਂ, ਸਾਡੇ ਅੰਦਰਲਾ ਉਪਜਣਾ ਵੀ ਇਸ ਤਰ੍ਹਾਂ ਹੀ ਹੈ। ਗੁਰਮੁਖ ਹੋਵੈ ਬੂਝੈ ਸੋਏ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਾਈ ਜਿਹੜੇ ਗੁਰੂ ਵਾਲੇ ਨੇ, ਗੁਰੂ ਦੇ ਅਨੁਸਾਰੀ ਹੋ ਕੇ ਚੱਲਦੇ ਨੇ, ਉਹ ਇਸ ਗੱਲ ਨੂੰ ਸਮਝ ਲੈਂਦੇ ਨੇ, ਜਾਣ ਲੈਂਦੇ ਨੇ। ਹਾਂਜੀ। ਮਹਿੰਗੋ ਮੋਲ ਭਾਰ ਅਫਾਰ, ਮਹਿੰਗੋ ਮੋਲ ਭਾਰ ਅਪਾਰ, ਅਟਲ ਅਛਲ ਗੁਰਮਤੀ ਧਾਰ, ਅਟਲ ਅਛਲ ਗੁਰਮਤੀ ਧਾਰ, ਭਾਏ ਮਿਲੈ ਪਾਵੈ ਪੈਕਾਰ, ਭਾਏ ਮਿਲੈ ਪਾਵੈ ਪੈਕਾਰ, ਨਾਨਕ ਨੀਚ ਕਹੈ ਵਿਚਾਰ, ਨਾਨਕ ਨੀਚ ਕਹੈ ਵਿਚਾਰ। ਅਖੀਰ ਵਿੱਚ ਫਿਰ ਗੁਰੂ ਨਾਨਕ ਪਾਤਸ਼ਾਹ ਇੱਕ ਆਪਣਾ ਫੈਸਲਾ ਦਿੰਦੇ ਨੇ ਕਿ ਮਹਿੰਗੋ ਮੋਲ ਭਾਰ ਅਫਾਰ, ਅਟਲ ਅਛਲ ਗੁਰਮਤੀ ਧਾਰ। ਪਰਮਾਤਮਾ ਦਾ ਮੁੱਲ ਕੋਈ ਨਹੀਂ, ਕਿਉਂਕਿ ਪਰਮਾਤਮਾ ਦਾ ਨਾਮ ਅਮੋਲ ਹੈ, ਉਹਦੀ ਕੋਈ ਕੀਮਤ ਨਹੀਂ। ਸੰਸਾਰ ਤੇ ਅਸੀਂ ਕੋਈ ਉਹਦੀ ਕੀਮਤ ਨਹੀਂ ਪਾ ਸਕਦੇ, ਕਿਸੇ ਨਾਲ ਉਹਦਾ ਕੰਪੈਰੀਜ਼ਨ ਨਹੀਂ ਕਰ ਸਕਦੇ। ਉਹਦਾ ਭਾਰ ਅਫਾਰ ਹੈ, ਅਫਰਿਓ ਭਾਰ ਭਾਵ ਬਹੁਤ ਜ਼ਿਆਦਾ ਹੈ ਗੁਣਾ ਕਰਕੇ। ਅਟਲ ਉਹ ਹਮੇਸ਼ਾ ਰਹਿਣ ਵਾਲਾ ਹੈ, ਅਛਲ ਛਲਿਆ ਨਹੀਂ ਜਾ ਸਕਦਾ। ਦੁਨੀਆ ਨੂੰ ਧੋਖਾ ਦੇ ਸਕਦੇ ਹੋ ਤੁਸੀਂ, ਉਹਨੂੰ ਨਹੀਂ ਦੇ ਸਕਦੇ। ਤੇ ਫਿਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਾਵੇਂ ਉਹ ਅਫਾਰ ਹੈ, ਅਟਲ ਹੈ, ਅਛੇਦ ਹੈ, ਗੁਰਮਤੀ ਧਾਰ, ਗੁਰੂ ਦੀ ਮਤ ਲੈ ਕੇ, ਗੁਰੂ ਦੇ ਉਪਦੇਸ਼ ਲੈ ਕੇ ਉਹਨੂੰ ਧਾਰਨ ਕੀਤਾ ਜਾ ਸਕਦਾ ਹੈ। ਭਾਏ ਮਿਲੈ ਭਾਵੈ ਭਾਏਕਾਰ, ਇਸ ਕਰਕੇ ਮਾਰੇ ਕਹਿੰਦੇ ਭਾਏ ਮਿਲੈ, ਭਾਵਨਾ ਨਾਲ, ਸ਼ਰਧਾ ਨਾਲ, ਪ੍ਰੇਮ ਨਾਲ ਮਿਲਦਾ ਹੈ। ਭਾਵੈ ਭਾਏਕਾਰ, ਭਾਉਂਦਾ ਹੈ, ਚੰਗਾ ਲੱਗਦਾ, ਉਹਦੇ ਭੈ ਵਿੱਚ ਰਹਿੰਦੇ ਹਾਂ ਅਸੀਂ।
ਜਦੋਂ ਸਾਨੂੰ ਉਹਦਾ ਡਰ ਰਹਿੰਦਾ ਹੈ ਕਿ ਉਹ ਸਾਨੂੰ ਵੇਖ ਰਿਹਾ ਹੈ, ਉਹ ਸਾਨੂੰ ਸੁਣ ਰਿਹਾ ਹੈ, ਅਸੀਂ ਉਹਦੇ ਅੱਗੇ ਜਵਾਬ ਦੇਣਾ ਹੈ। ਜਦੋਂ ਅਸੀਂ ਜਵਾਬਦੇਹ ਹੋ ਕੇ ਕਿ ਮੇਰਾ ਗੁਰੂ, ਉਂਝ ਅਸੀਂ ਕਹਿੰਦੇ ਆ, ਮੰਨਦੇ ਹਾਂ ਇਹ ਗੱਲ ਨੂੰ ਕਿ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਏ। ਪਰ ਜਦੋਂ ਰਿਸ਼ਵਤ ਤੋਂ ਲੈਂਦੇ ਆ, ਝੂਠ ਬੋਲਦੇ ਆ, ਠੱਗੀ ਮਾਰਦੇ ਆ, ਵਿਚਾਰ ਕਰਦੇ ਆ, ਉਦੋਂ ਫਿਰ ਅਸੀਂ ਭੁੱਲ ਜਾਂਦੇ। ਤੇ ਜਿਹੜੇ ਗੁਰਮੁਖ ਨੇ ਉਹ ਉਦੋਂ ਵੀ ਚੇਤੇ ਰੱਖਦੇ ਨੇ ਕਿ ਨਹੀਂ, ਉਹ ਸਾਨੂੰ ਵੇਖ ਰਹੇ, ਉਹਦੇ ਭੈ ਵਿੱਚ ਰਹਿੰਦੇ ਨੇ। ਨਾਨਕ ਨੀਚ ਕਹਿ ਵਿਚਾਰ। ਗੁਰੂ ਨਾਨਕ ਪਾਤਸ਼ਾਹ ਮੈਂ ਕਹਿੰਦੇ, ਮੈਂ ਤੇ ਤੁਹਾਨੂੰ ਭਾਈ ਹੈ ਤੇ ਮੈਂ ਨੀਚ ਹਾਂ, ਪਰ ਮੈਂ ਤੁਹਾਨੂੰ ਆਪਣਾ ਵਿਚਾਰ ਦੇ ਚੱਲਿਆ ਕਿ ਜੇ ਉਹਨੂੰ ਪਾਉਣਾ ਚਾਹੁੰਦੇ ਹੋ ਜਿਹੜਾ ਕਿ ਅਟਲ ਹੈ, ਅਛੇਦ ਹੈ, ਅਭੇਦ ਹੈ, ਉਹਨੂੰ ਇਸੇ ਕਰਕੇ ਪਾਇਆ ਜਾ ਸਕਦਾ ਕਿ ਪ੍ਰੇਮ ਨਾਲ, ਤੇ ਦੂਜੇ ਉਹਦੀ ਭੈ ਵਿੱਚ ਰਹਿ ਕੇ, ਉਸ ਮਾਲਕ ਦੇ ਭੈ ਵਿੱਚ ਰਹਿ ਕੇ ਹੀ ਉਹਨੂੰ ਚੇਤੇ ਕਰਦਿਆਂ ਹੋਇਆਂ, ਹਮੇਸ਼ਾ ਯਾਦ ਰੱਖਦਿਆਂ ਹੋਇਆਂ ਹੀ ਉਹਨੂੰ ਧਾਰਨ ਕੀਤਾ ਜਾ ਸਕਦਾ ਹੈ, ਉਹਨੂੰ ਪਾਇਆ ਜਾ ਸਕਦਾ ਹੈ, ਉਹਦਾ ਭੇਟ ਪਾਇਆ ਜਾ ਸਕਦਾ ਹੈ, ਉਹਨੂੰ ਜਾਣਿਆ ਜਾ ਸਕਦਾ ਹੈ, ਉਹਦੇ ਗੁਣਾਂ ਨੂੰ ਧਾਰਨ ਕੀਤਾ ਜਾ ਸਕਦਾ ਹੈ। ਇੱਥੇ ਆ ਕੇ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਸਪਸ਼ਟ ਕਰ ਦਿੱਤਾ ਕਿ ਜੇ ਤੂੰ ਉਸ ਮਾਲਕ ਨੂੰ ਪਾਉਣਾ ਚਾਹੁੰਦਾ ਹੈ ਤਾਂ ਹਮੇਸ਼ਾ ਉਹਨੂੰ ਚੇਤੇ ਰੱਖ, ਉਹਦੇ ਭੈ ਵਿੱਚ ਰਹਿ, ਉਹਦੇ ਡਰ ਵਿੱਚ ਰਹਿ। ਵਾਹਿਗੁਰੂ ਵਾਹਿਗੁਰੂ। ਵਾਹ। मेरे राम हम बारक हर प्रभ के हैं ए आणे, हम बारक हर प्रभ के हैं ए आणे।